Kanchan Outlook. बावन अखर जोरे आन, सकिया ना अखर एक पछान। ਜਗਤ ਨੇ 52 ਅੱਖਰ ਵਰਤ ਕੇ ਪੁਸਤਕਾਂ ਤਾਂ ਲਿਖ ਦਿੱਤੀਆਂ ਹਨ, ਪਰ ਇਹ ਜਗਤ ਇਹਨਾਂ ਪੁਸਤਕਾਂ ਦੇ ਰਾਹੀਂ ਉਸ ਇੱਕ ਪ੍ਰਭੂ ਨੂੰ ਨਹੀਂ ਪਛਾਣ ਸਕਿਆ ਜੋ ਨਾਸ ਰਹਿਤ ਹੈ। ਦੂਸਰੀ ਪੰਕਤੀ ਦੇ ਵਿੱਚ ਜੋ ਅੱਖਰ ਸ਼ਬਦ ਹੈ ਉਹਦਾ ਅਰਥ ਹੈ ਨਾਸ ਰਹਿਤ। ਸਤ ਕਾ ਸ਼ਬਦ ਕਬੀਰਾ ਕਹੈ, ਪੰਡਿਤ ਹੋਏ ਸੋ ਅਨਭੈ ਰਹੈ। ਇਹ ਕਬੀਰ, ਜੋ ਮਨੁੱਖ ਇਹਨਾਂ ਅੱਖਰਾਂ ਦੇ ਰਾਹੀਂ ਸਤ ਕਾ ਸ਼ਬਦ ਜਾਣੀ ਉਸ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਉਹੀ ਹੈ ਪੰਡਿਤ, ਤੇ ਉਹ ਅਨਭੈ ਜਾਣੀ ਗਿਆਨ ਅਵਸਥਾ ਦੇ ਵਿੱਚ ਟਿਕਿਆ ਰਹਿੰਦਾ ਹੈ। ਪੰਡਿਤ ਲੋਕਾਂ ਕੋ ਵਿਵਹਾਰ, ਗਿਆਨਵੰਤ ਕੋ ਤਤ ਵਿਚਾਰ। ਪਰ ਨਾਲ ਦੀ ਨਾਲ ਇਹ ਵੀ ਦੱਸ ਦਿੰਦੇ ਹਨ ਕਿ ਪੰਡਿਤ ਲੋਕਾਂ ਨੂੰ ਤਾਂ ਇਹ ਵਿਹਾਰ ਲੱਗਾ ਹੋਇਆ ਹੈ ਕਿ ਉਹ ਇਹਨਾਂ ਅੱਖਰਾਂ ਨੂੰ ਵਰਤ ਕੇ ਪ੍ਰਭੂ ਦੀ ਸਿਫਤ ਸਲਾਹ ਨਹੀਂ ਕਰਦੇ, ਇਹਨਾਂ ਅੱਖਰਾਂ ਨੂੰ ਜੋੜ ਕੇ ਹੋਰਨਾਂ ਨੂੰ ਸੁਣਾ ਦਿੰਦੇ ਹਨ ਤੇ ਉਹਨਾਂ ਪਾਸੋਂ ਦਕਸ਼ਨਾ ਲੈ ਲੈਂਦੇ ਹਨ। ਪਰ ਜੋ ਗਿਆਨਵੰਤ ਮਨੁੱਖ ਹੈ, ਜੋ ਗਿਆਨਵਾਨ ਮਨੁੱਖ ਹੈ, ਉਸ ਦੇ ਲਈ ਇਹ ਅੱਖਰ ਤੱਤ ਦੇ, ਅਸਲੀਅਤ ਦੇ ਵਿਚਾਰਨ ਦਾ ਵਸੀਲਾ ਹਨ। ਇਹਨਾਂ ਅੱਖਰਾਂ ਦੇ ਰਾਹੀਂ ਅਸੀਂ ਅਸਲੀਅਤ ਨੂੰ, ਪਰਮਾਤਮਾ ਨੂੰ ਵਿਚਾਰ ਸਕਦੇ ਹਾਂ। ਜਾ ਕੈ ਜੀ ਜੈਸੀ ਬੁੱਧ ਹੋਈ, ਕਹਿ ਕਬੀਰ ਜਾਣੇਗਾ ਸੋਈ। ਕਬੀਰ ਆਖਦਾ ਹੈ, ਜਿਸ ਜੀਵ ਦੇ ਅੰਦਰ ਜਿਹੋ ਜਿਹੀ ਅਕਲ ਹੁੰਦੀ ਹੈ ਉਹ ਇਹਨਾਂ ਅੱਖਰਾਂ ਦੇ ਰਾਹੀਂ ਵੀ ਉਹੀ ਕੁਝ ਸਮਝੇਗਾ। ਭਾਵ ਇਹ ਹੈ ਕਿ ਪੁਸਤਕਾਂ ਨੂੰ, ਲਿਖੀਆਂ ਹੋਈਆਂ ਕਿਤਾਬਾਂ ਨੂੰ ਪੜ੍ਹ ਕੇ ਜਾਂ ਨਵੀਆਂ ਕਿਤਾਬਾਂ ਲਿਖ ਕੇ ਵੀ ਤੁਸੀਂ ਆਤਮਿਕ ਜੀਵਨ ਨੂੰ ਸਮਝ ਜਾਓਗੇ, ਇਹ ਜ਼ਰੂਰੀ ਨਹੀਂ। ਜੇ ਤੁਹਾਡੇ ਅੰਦਰ ਪਰਮਾਤਮਾ ਨੇ ਆਤਮਿਕ ਜੀਵਨ ਨੂੰ ਸਮਝਣ ਵਾਲੀ ਸਮਝ ਪਾਈ ਹੈ ਤਾਂ ਤੁਸੀਂ ਬਿਨਾਂ ਕਿਤਾਬਾਂ ਦੇ ਵੀ ਸਿੱਖ ਸਕਦੇ ਹੋ, ਤੇ ਜੇ ਨਹੀਂ ਪਾਈ ਤੇ ਕਿਤਾਬਾਂ ਪੜ੍ਹ ਕੇ ਵੀ ਨਹੀਂ ਸਿੱਖ ਸਕਦੇ। ਹਰ ਜੀਵ ਦੇ ਅੰਦਰ ਵੱਖਰੀ ਕਿਸਮ ਦੀ ਅਕਲ ਉਸ ਪਰਮਾਤਮਾ ਨੇ ਪਾਈ ਹੈ, ਉਹਦੇ ਅਨੁਸਾਰ ਹੀ ਜੀਵ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ। ਤੇ ਇੱਥੇ ਕਿਉਂਕਿ ਅੱਖਰਾਂ ਦੀ ਗੱਲ ਹੋ ਰਹੀ ਹੈ ਤਾਂ ਉਸ ਅਕਲ ਦੇ ਅਨੁਸਾਰ ਹੀ ਉਹ ਪੜ੍ਹੇ ਹੋਏ ਅੱਖਰਾਂ ਨੂੰ ਢਾਲ ਲੈਂਦਾ ਹੈ, ਉਹਦੇ ਤੋਂ ਉਹੀ ਸਿੱਖਦਾ ਹੈ ਜੋ ਉਹ ਸਿੱਖਣਾ ਚਾਹੁੰਦਾ ਹੈ। ਇੱਥੇ ਕਬੀਰ ਜੀ ਦੁਆਰਾ ਰਚਿਤ 52 ਅੱਖਰੀ ਦੀ ਸਮਾਪਤੀ ਹੁੰਦੀ ਹੈ ਤੇ ਇਸ ਤੋਂ ਅੱਗੇ ਥਿੱਤੀ ਦਾ ਅਧਿਆਇ ਸ਼ੁਰੂ ਹੁੰਦਾ ਹੈ। ਸੁਖਮਨੀ ਸਾਹਿਬ ਦੀ ਬਾਣੀ ਤੋਂ ਬਾਅਦ ਆਪਾਂ ਗੁਰੂ ਅਰਜਨ ਸਾਹਿਬ ਦੁਆਰਾ ਰਚਿਤ ਥਿੱਤੀ ਦਾ ਅਧਿਆਇ ਪੜ੍ਹਿਆ ਸੀ। ਥਿੱਤੀ ਤੋਂ ਬੇਸਿਕਲੀ ਅਰਥ ਹੈ ਚੰਦਰਮਾ ਦੇ ਵਧਣ ਘਟਣ ਦੇ ਨਾਲ ਜੋ ਦਿਨ ਬਣਾਏ ਗਏ ਹਨ, ਏਕਮ, ਦੂਜ, ਤੀਜ ਆਦਿ, ਉਹਨਾਂ ਨੂੰ ਥਿੱਤਾਂ ਕਹਿ ਦਿੰਦੇ ਹਨ। ਆਓ ਥਿੱਤੀ ਦੇ ਅਧਿਆਇ ਦੀ ਸ਼ੁਰੂਆਤ ਕਰਦੇ ਹਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਰਾਗ ਗੌੜੀ ਥਿੱਤੀ ਕਬੀਰ ਜੀ ਕੀ। ਥਿੱਤਾਂ ਨੂੰ ਲੈ ਕੇ ਇੱਕ ਗੱਲ ਹੋਰ ਜਾਣ ਲੈਣੀ ਜ਼ਰੂਰੀ ਹੈ ਕਿ ਚੰਦਰਮਾ ਦੇ ਵਧਣ ਘਟਣ ਦੇ ਅਨੁਸਾਰ ਇਹ ਜੋ 15 ਥਿੱਤਾਂ ਹਨ, ਏਕਮ ਤੋਂ ਲੈ ਕੇ ਅਮਾਵਸ ਜਾਂ ਪੂਰਨਮਾਸੀ ਤੱਕ, ਤੇ ਹਫ਼ਤੇ ਦੇ ਜੋ 7 ਦਿਨ ਹਨ, ਇਹਨਾਂ ਸਾਰੇ ਹੀ ਦਿਨਾਂ ਦੇ ਨਾਲ ਸੰਬੰਧਿਤ ਹਿੰਦੂ ਮਤ ਦੇ ਵਿੱਚ ਬਹੁਤ ਸਾਰਾ ਕਰਮਕਾਂਡ ਹੈ। ਵਰਤ ਆਦਿਕ, ਪੂਜਾ ਆਦਿਕ, ਕਿਸੇ ਨਾ ਕਿਸੇ ਦਿਨ ਤੇ ਕਿਸੇ ਖਾਸ ਦੇਵੀ ਦੇਵਤੇ ਦੀ ਪੂਜਾ ਕਰਨੀ, ਵਰਤ ਰੱਖ ਲੈਣਾ, ਇਸ਼ਨਾਨ ਆਦਿਕ ਕਰਨਾ, ਇਸ ਪ੍ਰਕਾਰ ਦੇ ਬਹੁਤ ਸਾਰੇ ਕਰਮਕਾਂਡ ਇਹਨਾਂ ਦਿਨਾਂ ਦੇ ਨਾਲ ਜੋੜੇ ਹੋਏ ਹਨ। ਇਹ ਦੱਸਣਾ ਤਾਂ ਜ਼ਰੂਰੀ ਸਮਝਦੇ ਹਾਂ ਕਿਉਂਕਿ ਅੱਗੇ ਜੋ ਥਿੱਤੀ ਦੀਆਂ ਪੌੜੀਆਂ ਹਨ ਉਹਨਾਂ ਦੇ ਵਿੱਚ ਇਹਨਾਂ ਕਰਮਕਾਂਡਾਂ ਦੀ ਗੱਲ ਕੀਤੀ ਗਈ ਹੈ ਤੇ ਇਹਨਾਂ ਨੂੰ ਛੱਡ ਕੇ ਹੋਰ ਕਰਨਾ ਕੀ ਹੈ, ਇਹਦੇ ਬਾਰੇ ਸਾਨੂੰ ਦੱਸਿਆ ਗਿਆ ਹੈ। ਸ਼ਲੋਕ 15 ਥਿੱਤੀ 7 ਵਾਰ, ਕਹਿ ਕਬੀਰ ਉਰਵਾਰ ਨਾ ਪਾਰ। ਭਰਮੀ ਲੋਕ ਜੋ ਹਨ ਉਹ ਵਰਤ ਆਦਿਕ ਰੱਖ ਕੇ ਵੱਖ-ਵੱਖ ਕਰਮਕਾਂਡ ਕਰਕੇ 15 ਥਿੱਤਾਂ ਤੇ 7 ਵਾਰ ਮਨਾਉਂਦੇ ਹਨ। ਮਨਾਉਣ ਤੋਂ ਭਾਵ ਹੈ ਕਿ ਹਰ ਥਿੱਤ ਦੇ ਨਾਲ ਜਾਂ ਹਰ ਵਾਰ ਦੇ ਨਾਲ ਜੋ ਵੀ ਕਰਮਕਾਂਡ ਜੁੜਿਆ ਹੋਇਆ ਹੈ ਉਸ ਕਰਮਕਾਂਡ ਨੂੰ ਕਰਦੇ ਹਨ। ਤਾਂ ਉਹ ਇਹਨਾਂ ਥਿੱਤਾਂ ਨੂੰ, ਇਹਨਾਂ ਵਾਰਾਂ ਨੂੰ ਮਨਾਉਂਦੇ ਹਨ। ਪਰ ਕਬੀਰ ਥਿੱਤਾਂ ਵਾਰਾਂ ਦੇ ਰਾਹੀਂ ਹਰ ਰੋਜ਼ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ ਜੋ ਉਰਵਾਰ ਨਾ ਪਾਰ, ਜੋ ਬੇਅੰਤ ਹੈ, ਜਿਹਦਾ ਉਰਲਾ ਪਰਲਾ ਬੰਨਾ ਨਹੀਂ ਲੱਭਿਆ ਜਾ ਸਕਦਾ। ਸਾਧਕ ਸਿੱਧ ਲਖਾ ਜਾਉ ਭਿਓ,
ਆਪੇ ਕਰਤਾ ਆਪੇ ਦੇਉ। ਸਿਫਤ ਸਲਾਹ ਦਾ ਸਾਧਨ ਕਰਨ ਵਾਲਾ ਜੋ ਵੀ ਮਨੁੱਖ ਉਸ ਪ੍ਰਭੂ ਦਾ ਭੇਤ ਪਾ ਲੈਂਦਾ ਹੈ, ਭਾਵ ਉਸ ਪ੍ਰਭੂ ਦੇ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਉਸ ਨੂੰ ਪ੍ਰਕਾਸ਼ ਸਰੂਪ ਕਰਤਾਰ ਆਪ ਹੀ ਆਪ ਹਰ ਥਾਂ ਦਿਸਦਾ ਹੈ। ਥਿੱਤੀ ਅਮਾਵਸ ਮਹਿ ਆਸ ਨਿਵਾਰੋ, ਅੰਤਰਜਾਮੀ RAM ਸਮਾਰੋ। ਮੱਸਿਆ ਵਾਲੇ ਦਿਨ ਵਰਤ ਇਸ਼ਨਾਨ ਆਦਿਕ ਤੇ ਹੋਰ ਆਸਾਂ ਦੂਰ ਕਰੋ ਤੇ ਸਾਡੇ ਜੋ ਅੰਤਰਜਾਮੀ ਹੈ, ਸਾਡੇ ਘਰ ਘਾਟ ਦੀ ਜਾਣਨ ਵਾਲਾ ਸਰਵ ਵਿਆਪਕ ਪਰਮਾਤਮਾ ਹੈ, ਉਹਨੂੰ ਆਪਣੇ ਹਿਰਦੇ ਦੇ ਵਿੱਚ ਵਸਾਓ। ਬਹੁਤ ਸਾਰੇ ਜੋ ਕਰਮ ਕਾਂਡ ਹਨ, ਉਹਨਾਂ ਦੇ ਕਰਨ ਪਿੱਛੇ ਦਾ ਪ੍ਰਮੁੱਖ ਕਾਰਨ ਮੌਤ ਤੋਂ ਬਾਅਦ ਮੁਕਤੀ ਹਾਸਲ ਕਰਨਾ ਹੈ। ਮੁਕਤੀ ਦੀ ਆਸ ਨੂੰ ਲੈ ਕੇ ਜੀਵ ਬਹੁਤ ਸਾਰੇ ਕਰਮ ਕਾਂਡ ਕਰਦਾ ਹੈ। ਕਬੀਰ ਜੀ ਕਹਿੰਦੇ ਉਹ ਮੁਕਤੀ ਦਾ ਤੇ ਪਤਾ ਨਹੀਂ ਤੁਸੀਂ ਪਾਓਗੇ ਜਾਂ ਨਹੀਂ। ਜੀਵਤ ਪਾਵੋ ਮੋਖ ਦੁਆਰ, ਪਰ ਜੇ ਪ੍ਰਮਾਤਮਾ ਦਾ ਸਿਮਰਨ ਕਰ ਲਵੋਗੇ ਤਾਂ ਜਿਉਂਦੇ ਜੀ ਇਸੇ ਜਨਮ ਦੇ ਵਿੱਚ ਵਿਕਾਰਾਂ, ਦੁੱਖਾਂ, ਵਹਿਮਾਂ ਭਰਮਾਂ ਤੋਂ ਖਲਾਸੀ ਪ੍ਰਾਪਤ ਕਰ ਲਓਗੇ, ਮੁਕਤੀ ਪ੍ਰਾਪਤ ਕਰ ਲਓਗੇ। ਅਨਭਉ ਸ਼ਬਦ ਤਤ ਨਿਜ ਸਾਰ, ਸਿਮਰਨ ਦੀ ਬਰਕਤ ਦੇ ਨਾਲ ਤੁਹਾਡਾ ਨਿਰੋਲ ਸ੍ਰੇਸ਼ਟ ਅਸਲਾ ਮਗ ਪਏਗਾ। ਸਤਿਗੁਰੂ ਦਾ ਸ਼ਬਦ ਅਨੂਭਵੀ ਰੂਪ ਦੇ ਵਿੱਚ ਫੁਰੇਗਾ। ਚਰਨ ਕਮਲ ਗੋਬਿੰਦ ਰੰਗ ਲਾਗਾ, ਸੰਤ ਪ੍ਰਸਾਦ ਭਏ ਮਨ ਨਿਰਮਲ, ਹਰ ਕੀਰਤਨ ਮਹਿ ਅਨੰਦਿਨ ਜਾਗਾ ਰਹਾਉ। ਜਿਸ ਮਨੁੱਖ ਦਾ ਪਿਆਰ ਗੋਬਿੰਦ ਦੇ ਸੋਹਣੇ ਚਰਨਾਂ ਦੇ ਨਾਲ ਬਣ ਜਾਂਦਾ ਹੈ, ਚਰਨ ਕਮਲ ਗੋਬਿੰਦ ਰੰਗ ਲਾਗਾ। ਸੰਤ ਪ੍ਰਸਾਦ ਭਏ ਮਨ ਨਿਰਮਲ, ਗੁਰੂ ਦੀ ਕਿਰਪਾ ਦੇ ਨਾਲ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਹਰ ਕੀਰਤਨ ਮਹਿ ਅਨੰਦਿਨ ਜਾਗਾ, ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਜੁੜ ਕੇ ਉਹ ਮਨੁੱਖ ਹਰ ਰੋਜ਼ ਸੁਚੇਤ ਰਹਿੰਦਾ ਹੈ, ਵਿਕਾਰਾਂ ਜਾਗਦਾ ਰਹਿੰਦਾ ਹੈ। ਪਰਵਾ ਪ੍ਰੀਤਮ ਕਰੋ ਵਿਚਾਰ, ਘਟ ਮਹਿ ਖੇਲੈ ਅਘਟ ਅਪਾਰ। ਅਘਟ ਤੋਂ ਭਾਵ ਜਿਹਨੂੰ ਸਰੀਰ ਦੇ ਵਿੱਚ ਕੈਦ ਨਾ ਕੀਤਾ ਜਾ ਸਕੇ, ਜੋ ਸਰੀਰ ਰਹਿਤ ਹੈ। ਅਪਾਰ ਤੋਂ ਭਾਵ ਬੇਅੰਤ, ਜੋ ਪਰਮਾਤਮਾ ਸਰੀਰਾਂ ਦੀ ਕੈਦ ਦੇ ਵਿੱਚ ਨਹੀਂ ਆਉਂਦਾ, ਜੋ ਅਘਟ ਅਤੇ ਅਪਾਰ ਹੈ। ਘਟ ਮਹਿ ਖੇਲੈ, ਫਿਰ ਵੀ ਹਰੇਕ ਸਰੀਰ ਦੇ ਵਿੱਚ ਖੇਡ ਰਿਹਾ ਹੈ। ਸਰੀਰਾਂ ਦੇ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ, ਪਰ ਫਿਰ ਵੀ ਹਰੇਕ ਸਰੀਰ ਦੇ ਵਿੱਚ ਖੇਡ ਰਿਹਾ ਹੈ। ਪਰਵਾ ਪ੍ਰੀਤਮ ਕਰੋ ਵਿਚਾਰ, ਪਰਵਾ ਤੋਂ ਭਾਵ ਏਕਮ, ਏਕਮ ਥਿਤ, ਚੰਦਰਮਾ ਦੇ ਚੱਕਰ ਦੀ ਪਹਿਲੀ ਥਿੱਤੀ। ਕਹਿੰਦੇ ਉਸ ਦਿਨ ਉਸ ਪ੍ਰੀਤਮ ਦੇ ਗੁਣਾਂ ਦਾ ਵਿਚਾਰ ਕਰੋ, ਉਹਦੀ ਸਿਫਤ ਸਲਾਹ ਕਰੋ। ਜੋ ਮਨੁੱਖ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਕਾਲ ਕਲਪਨਾ ਕਦੇ ਨਾ ਖਾਏ, ਆਦਿ ਪੁਰਖ ਮਹਿ ਰਹਿ ਸਮਾਏ। ਉਸ ਨੂੰ ਕਦੇ ਵੀ ਮੌਤ ਦਾ ਡਰ ਨਹੀਂ ਪਾਉਂਦਾ, ਕਿਉਂਕਿ ਉਹ ਸਦਾ ਸਭ ਦੇ ਸਿਰਜਣ ਵਾਲੇ ਅਕਾਲ ਪੁਰਖ ਦੇ ਵਿੱਚ ਜੁੜਿਆ ਰਹਿੰਦਾ ਹੈ। ਦੁੱਤੀਆਂ ਦੋਹ ਕਰ ਜਾਣੈ ਅੰਗ, ਮਾਇਆ ਬ੍ਰਹਮ ਰਮੈ ਸਭ ਸੰਗ। ਦੂਜ ਨੂੰ ਮੁੱਖ ਰੱਖ ਕੇ ਲਿਖੀ ਗਈ ਪੰਕਤੀ। ਕਹਿੰਦੇ ਜੋ ਮਨੁੱਖ ਇਹ ਸਮਝ ਲੈਂਦਾ ਹੈ ਕਿ ਜਗਤ ਨਿਰਾ ਪ੍ਰਕਿਰਤੀ ਨਹੀਂ ਹੈ, ਉਹ ਇਸ ਸੰਸਾਰ ਦੇ ਦੋ ਅੰਗ ਸਮਝਦਾ ਹੈ, ਮਾਇਆ ਤੇ ਬ੍ਰਹਮ, ਤੇ ਨਾਲ ਦੀ ਨਾਲ ਇਹ ਵੀ ਜਾਣ ਲੈਂਦਾ ਹੈ ਕਿ ਜੋ ਬ੍ਰਹਮ ਹੈ ਇਸ ਮਾਇਆ ਦੇ ਵਿੱਚ ਹਰੇਕ ਦੇ ਨਾਲ ਵਸ ਰਿਹਾ ਹੈ। ਇਹ ਜੋ ਦਿਸਣ ਯੋਗ ਜਗਤ ਹੈ ਉਹ ਮਾਇਆ ਹੈ। ਇਸ ਦਿਸਦੇ ਹੋਏ ਮਾਇਆ ਰੂਪ ਜਗਤ ਦੇ ਵਿੱਚ ਅਦ੍ਰਿਸ਼ਟ ਪ੍ਰਮਾਤਮਾ, ਅਦ੍ਰਿਸ਼ਟ ਬ੍ਰਹਮ ਵੀ ਮੌਜੂਦ ਹੈ, ਸਾਡੇ ਸੰਗ ਅੰਗ ਸੰਗ ਵਸ ਰਿਹਾ ਹੈ। ਨਾ ਉਹ ਵੱਡਾ ਨਾ ਘਟਤਾ ਜਾਏ, ਅਕੁੱਲ ਨਿਰੰਜਨ ਏਕੈ ਪਾਏ। ਤੇ ਜੋ ਬ੍ਰਹਮ ਹੈ ਉਹ ਕਦੇ ਵੱਧਦਾ ਘਟਦਾ ਨਹੀਂ ਹੈ, ਸਦਾ ਇੱਕੋ ਜਿਹਾ ਰਹਿੰਦਾ ਹੈ। ਉਸ ਦੀ ਕੋਈ ਖਾਸ ਕੁੱਲ ਨਹੀਂ ਹੈ, ਉਹ ਨਿਰੰਜਨ ਹੈ। ਮਾਇਆ ਉਹਦੇ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਤ੍ਰਿਤੀਆ ਤੀਨੇ ਸਮ ਕਰ ਲਿਆਵੈ, ਆਨੰਦ ਮੂਲ ਪਰਮ ਪਦ ਪਾਵੈ। ਪ੍ਰਭੂ ਦੀ ਸਿਫਤ ਸਲਾਹ ਕਰਨ ਵਾਲਾ ਮਨੁੱਖ ਮਾਇਆ ਦੇ ਤਿੰਨਾਂ ਗੁਣਾਂ ਨੂੰ ਸਹਿਜ ਅਵਸਥਾ ਦੇ ਵਿੱਚ ਸਾਵੇਂ ਕਰਕੇ ਰੱਖਦਾ ਹੈ, ਭਾਵ ਉਹਨਾਂ ਦੇ ਵਿੱਚ ਕਦੇ ਡੋਲਦਾ ਨਹੀਂ। ਉਹ ਮਨੁੱਖ ਉਸ ਸਭ ਤੋਂ ਉੱਚੀ ਆਤਮਿਕ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ ਜੋ ਆਨੰਦ ਦਾ ਸੋਮਾ ਹੈ। ਆਨੰਦ ਮੂਲ ਪਰਮ ਪਦ ਪਾਵੈ।
ਸਾਧ ਸੰਗਤ ਉਪਜੈ ਵਿਸ਼ਵਾਸ, ਬਾਹਰ ਭੀਤਰ ਸਦਾ ਪ੍ਰਗਾਸ। ਸਾਧ ਸੰਗਤ ਦੇ ਵਿੱਚ ਰਹਿ ਕੇ ਉਸ ਮਨੁੱਖ ਦੇ ਅੰਦਰ ਇਹ ਯਕੀਨ ਪੈਦਾ ਹੋ ਜਾਂਦਾ ਹੈ ਕਿ ਅੰਦਰ ਬਾਹਰ ਹਰ ਥਾਂ ਸਦਾ ਪ੍ਰਭੂ ਦਾ ਹੀ ਪ੍ਰਕਾਸ਼ ਹੈ। ਚੌਥਾ, ਚੰਚਲ ਮਨ ਕੋ ਗਹੋ, ਕਾਮ ਕ੍ਰੋਧ ਸੰਗ ਕਬੂ ਨਾ ਬਹੋ। ਚੌਥੀ ਥਿੱਤ ਨੂੰ ਕਿਸੇ ਕਰਮ ਧਰਮ ਦੇ ਥਾਂ ਇਸ ਚੰਚਲ ਮਨ ਨੂੰ ਪਕੜ ਕੇ ਰੱਖੋ। ਕਰਮ ਧਰਮ ਕਰਨ ਦੀ ਬਜਾਏ ਆਪਣੇ ਮਨ ਨੂੰ ਫੜੋ। ਕਾਮ ਕ੍ਰੋਧ ਦੀ ਸੰਗਤ ਦੇ ਵਿੱਚ ਨਾ ਬੈਠੋ। ਜਲ ਥਲ ਮਾਹੇ ਆਪੈ ਆਪ, ਆਪੈ ਜਪੋ ਆਪਣਾ ਜਾਪ। ਪਰਮਾਤਮਾ ਜਲ ਵਿੱਚ ਤੇ ਧਰਤੀ ਉੱਤੇ ਹਰ ਥਾਂ ਆਪ ਹੀ ਆਪ ਵਿਆਪਕ ਹੈ। ਉਸ ਦੀ ਜੋਤ ਵਿੱਚ ਜੁੜ ਕੇ ਉਹ ਜਾਪ ਜਪੋ ਜੋ ਤੁਹਾਡੇ ਕੰਮ ਆਉਣ ਵਾਲਾ ਹੈ। ਪੰਚੈ ਪੰਚ ਤਤ ਵਿਸਥਾਰ, ਕਨਕ ਕਾਮਨੀ ਜੁਗ ਵਿਵਹਾਰ। ਇਹ ਜੋ ਜਗਤ ਹੈ ਪੰਜ ਤੱਤਾਂ ਤੋਂ ਬਣਿਆ ਹੋਇਆ ਇੱਕ ਖੇਲ ਹੈ ਜੋ 4 ਦਿਨਾਂ ਦੇ ਵਿੱਚ ਖਤਮ ਹੋ ਜਾਂਦਾ ਹੈ। ਇਹ ਜਗਤ ਪੰਜ ਤੱਤਾਂ ਦਾ ਵਿਸਥਾਰ ਹੈ। ਇਸ ਗੱਲ ਨੂੰ ਵਿਸਾਰ ਕੇ ਜੋ ਜੀਵ ਹਨ, ਕਨਕ ਕਾਮਨੀ ਜੁਗ ਵਿਵਹਾਰ, ਧਨ ਤੇ ਇਸਤਰੀ, ਇਹਨਾਂ ਦੋਹਾਂ ਦੇ ਰੁਝੇਵੇਂ ਦੇ ਵਿੱਚ ਮਸਤ ਹੋ ਰਹੇ ਹਨ। ਪ੍ਰੇਮ ਸੁਧਾ ਰਸ ਪੀਵੈ ਕੋਈ, ਕੋਈ ਵਿਰਲਾ ਮਨੁੱਖ ਹੈ ਜੋ ਪ੍ਰਮਾਤਮਾ ਦੇ ਪ੍ਰੇਮ ਅੰਮ੍ਰਿਤ ਦਾ ਘੁੱਟ ਪੀਂਦਾ ਹੈ ਤੇ ਜੋ ਪੀ ਲੈਂਦਾ ਹੈ, ਜਰਾ ਮਰਨ ਦੁੱਖ ਫੇਰ ਨਾ ਹੋਏ। ਉਹਨੂੰ ਫਿਰ ਬੁਢਾਪੇ ਦਾ ਜਾਂ ਮੌਤ ਦਾ ਦੁੱਖ ਨਹੀਂ ਸਤਾਉਂਦਾ। ਛਠ, ਖਟ ਚੱਕਰ ਛਹੂ ਦਿਸ਼ ਧਾਏ, ਬਿਨ ਪਰਚੈ ਨਹੀਂ ਥਿਰਾ ਰਹਾਏ। ਮਨੁੱਖ ਦੇ ਪੰਜੇ ਗਿਆਨ ਇੰਦਰੇ ਤੇ ਛੇਵਾਂ ਮਨ। ਖਟ ਚੱਕਰ 6 ਚੱਕਰ, 5 ਗਿਆਨ ਇੰਦਰੇ ਤੇ ਛੇਵਾਂ ਮਨ। ਛਹੂ ਦਿਸ਼ ਧਾਏ, ਇਹ ਸਾਰਾ ਸਾਥ ਜੋ ਹੈ ਸੰਸਾਰ ਦੇ ਪਦਾਰਥਾਂ ਦੀ ਲਾਲਸਾ ਦੇ ਵਿੱਚ ਭਟਕਦਾ ਫਿਰਦਾ ਹੈ। ਛਹੂ ਦਿਸ਼ ਤੋਂ ਭਾਵ 6 ਦਿਸ਼ਾਵਾਂ, 4 ਤਰਫਾਂ ਤੇ ਹੇਠਾਂ ਉਤਾਂ, ਸੱਜੇ ਖੱਬੇ ਸਾਹਮਣੇ ਪਿੱਛੇ ਉੱਪਰ ਥੱਲੇ 6 ਦਿਸ਼ਾਵਾਂ ਦੇ ਵਿੱਚ ਭਟਕਦਾ ਫਿਰਦਾ ਹੈ ਸੰਸਾਰਕ ਪਦਾਰਥਾਂ ਦੀ ਲਾਲਸਾ ਦੇ ਵਿੱਚ। ਬਿਨ ਪਰਚੈ ਨਹੀਂ ਥਿਰਾ ਰਹਾਈ, ਜਦ ਤੱਕ ਮਨੁੱਖ ਦਾ ਮਨ ਪ੍ਰਭੂ ਦੀ ਯਾਦ ਦੇ ਵਿੱਚ ਨਹੀਂ ਪਰਚਦਾ, ਉਦੋਂ ਤੱਕ ਇਹ ਭਟਕਣਾ ਦੂਰ ਨਹੀਂ ਹੋ ਸਕਦੀ, ਥਿਰ ਨਹੀਂ ਹੋ ਸਕਦਾ, ਟਿਕਾਣਾ ਨਹੀਂ ਲੱਭ ਸਕਦਾ। ਉਦੋਂ ਤੱਕ ਇਹ ਜੋ ਖਟ ਚੱਕਰ ਹਨ ਇਹ ਇੱਦਾਂ ਹੀ ਭਟਕਦੇ ਹੀ ਫਿਰਦੇ ਰਹਿਣਗੇ। ਦੁਬਿਧਾ ਮੇਟ ਖਿਮਾ ਗਏ ਰਹੋ, ਕਰਮ ਧਰਮ ਕੀ ਸੂਲ ਨਾ ਸਹੋ। ਇਹ ਭਾਈ ਭਟਕਣਾ ਮਿਟਾ ਕੇ ਜਰਾਂਦ ਧਾਰਨ ਕਰੋ, ਪ੍ਰਮਾਤਮਾ ਦੇ ਅੱਗੇ ਖਿਮਾ ਦੇ ਜਾਚਕ ਹੋ ਜਾਓ, ਪ੍ਰਮਾਤਮਾ ਦਾ ਸਾਥ ਫੜ ਲਓ ਤੇ ਇਹ ਕਰਮਾਂ ਧਰਮਾਂ ਦੀ ਸਜ਼ਾ ਨਾ ਸਹੋ, ਇਹਦੇ ਤੋਂ ਬਚ ਜਾਓ। ਸਤੈ ਸਤ ਕਰ ਵਾਚਾ ਜਾਣ, ਆਤਮ ਰਾਮ ਲੇਹੋ ਪਰਵਾਨ। ਬਾਚਾ ਤੋਂ ਭਾਵ ਗੁਰੂ ਦੇ ਬਚਨ, ਸਤਿਗੁਰੂ ਦੀ ਬਾਣੀ। ਕਬੀਰ ਜੀ ਕਹਿੰਦੇ ਹਨ ਸਤ ਕਰ ਵਾਚਾ ਜਾਣ। ਸਤਿਗੁਰੂ ਦੀ ਜੋ ਬਾਣੀ ਹੈ ਉਹਨੂੰ ਸੱਚ ਕਰਕੇ ਜਾਣ, ਉਹਦੇ ਵਿੱਚ ਸ਼ਰਧਾ ਧਾਰ, ਆਤਮ ਰਾਮ ਲੇਹੋ ਪਰਵਾਨ। ਇਸ ਬਾਣੀ ਦੇ ਰਾਹੀਂ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਪਰੋ ਲੈ। ਜੇ ਤੂੰ ਅਜਿਹਾ ਕਰਨ ਦੇ ਵਿੱਚ ਕਾਮਯਾਬ ਹੋ ਗਿਆ, ਛੁੱਟੈ ਸੰਸਾ ਮਿਟ ਜਾਹੇ ਦੁੱਖ, ਸੁਨ ਸਰੋਵਰ ਪਾਵੈ ਸੁਖ। ਤਾਂ ਤੇਰਾ ਸਹਿਮ ਦੂਰ ਹੋ ਜਾਏਗਾ, ਦੁੱਖ ਕਲੇਸ਼ ਮਿਟ ਜਾਣਗੇ। ਤੂੰ ਉਸ ਸੁੰਨ ਦੇ ਸਰੋਵਰ ਵਿੱਚ ਚੁੱਭੀ ਲਾ ਲਵੇਂਗਾ ਜਿੱਥੇ ਸਹਿਮ ਆਦਿਕ ਦੇ ਕੋਈ ਫੁਰਨੇ ਨਹੀਂ ਫੁਰਦੇ, ਸਿਰਫ ਸੁਖ ਹੀ ਸੁਖ ਹੈ। ਅਸ਼ਟਮੀ ਅਸ਼ਟ ਧਾਤ ਕੀ ਕਾਇਆ, ਤਾਮਹਿ ਅਕੁਲ ਮਹਾਨਿਧ ਰਾਇਆ। ਇਹ ਸਰੀਰ ਲਹੂ ਆਦਿਕ 8 ਧਾਤਾਂ ਦਾ ਬਣਿਆ ਹੋਇਆ ਹੈ। ਰਸ, ਰੁਦਰ, ਮਾਸ, ਮੇਦਾ, ਅਸਥੀ, ਮਿੱਝ, ਵੀਰਜ, ਨਾੜੀ। 8 ਧਾਤਾਂ ਦੇ ਬਣੇ ਹੋਏ ਇਸ ਸਰੀਰ ਦੇ ਵਿੱਚ ਤਾਮਹਿ ਅਕੁਲ ਮਹਾਨਿਧ ਰਾਇਆ, ਉਹ ਪਰਮਾਤਮਾ ਵਸ ਰਿਹਾ ਹੈ ਜੋ ਅਕੁਲ ਹੈ, ਜਿਹਦੀ ਕੋਈ ਖਾਸ ਕੁਲ ਨਹੀਂ ਹੈ, ਤੇ ਜੋ ਮਹਾਨਿਧ ਹੈ ਭਾਵ ਸਭ ਗੁਣਾਂ ਦਾ ਖਜ਼ਾਨਾ ਹੈ। ਗੁਰਗਮ ਗਿਆਨ ਬਤਾਵੈ ਭੇਦ। ਗੁਰਗਮ ਗਿਆਨ ਤੋਂ ਭਾਵ ਪਹੁੰਚ ਵਾਲੇ ਗੁਰੂ ਦਾ ਗਿਆਨ, ਜਿਸ ਮਨੁੱਖ ਨੂੰ ਇਹ ਭੇਦ ਦੱਸ ਦੇਵੇ ਕਿ ਪ੍ਰਮਾਤਮਾ ਸਰੀਰ ਦੇ ਵਿੱਚ ਹੀ ਵਸਦਾ ਹੈ, ਉਲਟਾ ਰਹਿ ਅਭੰਗ ਅਸ਼ੇਦ। ਉਹ ਮਨੁੱਖ ਫਿਰ ਸਰੀਰਕ ਮੋਹ ਵੱਲੋਂ ਪਰਤ ਕੇ ਅਵਿਨਾਸ਼ੀ ਪ੍ਰਭੂ ਦੇ ਵਿੱਚ ਜੁੜਿਆ ਰਹਿੰਦਾ ਹੈ।
नौमी नवै द्वार को साध बहती मनशा राखो बांध। हे भाई, ਸਾਡੇ ਸਰੀਰ ਦੇ ਜੋ 9 ਦੁਆਰ ਹਨ, ਇਹਨਾਂ ਇੰਦਰੀਆਂ ਨੂੰ, ਇਹਨਾਂ ਦੁਆਰਾਂ ਨੂੰ ਕਾਬੂ ਦੇ ਵਿੱਚ ਰੱਖੋ, ਵਿਕਾਰਾਂ ਵੱਲ ਨੂੰ ਨਾ ਜਾਣ ਦਿਓ। ਇਹਨਾਂ ਦੇ ਵਿੱਚ ਉੱਠਦੇ ਫੁਰਨਿਆਂ ਨੂੰ ਰੋਕੋ। ਬਹਿਤੀ ਮਨਸ਼ਾ, ਸਾਡੀ ਜੋ ਮਨਸ਼ਾ ਹੈ, ਜੋ ਸਾਡੇ ਦਿਮਾਗ ਦੇ ਵਿੱਚ ਫੁਰਨੇ ਫੁਰਦੇ ਰਹਿੰਦੇ ਹਨ ਕਿ ਇਹ ਹਾਸਲ ਕਰ ਲਈਏ, ਉਹ ਹਾਸਲ ਕਰ ਲਈਏ, ਇਹਨਾਂ ਨੂੰ ਬੰਨ੍ਹ ਕੇ ਰੱਖੋ। ਲੋਭ ਮੋਹ ਸਭ ਬੀਸਰ ਜਾਹੋ, ਜੁਗ ਜੁਗ ਜੀਵੋ ਅਮਰ ਫਲ ਖਾਓ। ਲੋਭ ਮੋਹ ਆਦਿਕ ਸਾਰੇ ਵਿਕਾਰ ਭੁਲਾ ਦਿਓ। ਇਸ ਮਿਹਨਤ ਦਾ ਐਸਾ ਫਲ ਮਿਲੇਗਾ ਜੋ ਕਦੇ ਨਹੀਂ ਮੁੱਕੇਗਾ। ਐਸਾ ਸੁੰਦਰ ਜੀਵਨ ਜੀਵੋਗੇ ਜੋ ਸਦਾ ਕਾਇਮ ਰਹੇਗਾ। ਤੁਹਾਡੇ ਜੀਵਨ ਦੇ ਵਿੱਚ ਤਬਦੀਲੀ ਨਹੀਂ ਆਏਗੀ, ਤੁਸੀਂ ਸਥਿਰ ਹੋ ਜਾਓਗੇ। ਦਸਵੀਂ ਦਹਿ ਦਿਸ਼ ਹੋਏ ਆਨੰਦ, ਛੂਟੈ ਭਰਮ ਮਿਲੈ ਗੋਬਿੰਦ। ਇਸ ਉਦਮ ਨਾਲ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ। 10 ਦਿਸ਼ਾਵਾਂ ਦੇ ਵਿੱਚ ਜੋ ਸਾਡਾ ਭਟਕਦਾ ਹੋਇਆ ਮਨ ਹੈ, ਉਹ ਥਾਂ ਟਿਕਾਣੇ ਆ ਕੇ ਟਿਕ ਜਾਂਦਾ ਹੈ, ਆਨੰਦ ਹੋ ਜਾਂਦਾ ਹੈ ਸਾਡੇ ਅੰਦਰ। ਛੂਟੈ ਭਰਮ ਮਿਲੈ ਗੋਬਿੰਦ, ਉਹ ਪਰਮਾਤਮਾ ਮਿਲ ਪੈਂਦਾ ਹੈ ਜੋ ਨਿਰਾ ਨੂਰ ਹੀ ਨੂਰ ਹੈ, ਸਾਰੇ ਜਗਤ ਦਾ ਅਸਲਾ ਹੈ, ਜਿਸ ਵਰਗਾ ਹੋਰ ਕੋਈ ਨਹੀਂ ਹੈ। ਜੋਤ ਸਰੂਪੀ ਤਤ ਅਨੂਪ, ਅਮਲ ਨਾ ਮਲ ਨਾ ਛਾਂ ਨਹੀਂ ਧੂਪ, ਜਿਸ ਵਿੱਚ ਵਿਕਾਰਾਂ ਦੀ ਕੋਈ ਮੈਲ ਨਹੀਂ, ਨਾ ਉਸ ਵਿੱਚ ਅਗਿਆਨਤਾ ਦਾ ਹਨੇਰਾ ਹੈ, ਨਾ ਤ੍ਰਿਸ਼ਨਾ ਆਦਿਕ ਵਿਕਾਰਾਂ ਦੀ ਅੱਗ ਹੈ। ਐਸੇ ਪ੍ਰਮਾਤਮਾ ਦੇ ਨਾਲ ਮੇਲ ਹੋਇਆਂ ਸਾਰੇ ਸੰਸਾਰ ਵਿੱਚ ਹੀ ਮਨੁੱਖ ਵਾਸਤੇ ਆਨੰਦ ਹੀ ਆਨੰਦ ਹੋ ਜਾਂਦਾ ਹੈ। ਸਰੀਰਕ ਤੌਰ 'ਤੇ ਉਹ ਮਨੁੱਖ ਕਿਤੇ ਵੀ ਹੋਵੇ, ਕਿਸੇ ਵੀ ਪਰਿਸਥਿਤੀ ਦੇ ਵਿੱਚ ਹੋਵੇ, ਮਾਨਸਿਕ ਤੌਰ 'ਤੇ ਸਦਾ ਹੀ ਆਨੰਦਿਤ ਰਹੇਗਾ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 343ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ ਕਬੀਰ ਜੀ ਦੁਆਰਾ ਰਚਿਤ 52 ਅੱਖਰੀ ਦੇ ਅਧਿਆਏ ਦੀ ਸਮਾਪਤੀ ਹੋਈ ਤੇ 33 ਦੇ ਅਧਿਆਏ ਦੀ ਸ਼ੁਰੂਆਤ ਹੋਈ ਹੈ। ਇੱਕ ਇੱਕ ਥਿੱਤ ਨੂੰ ਲੈ ਕੇ ਕਬੀਰ ਜੀ ਨੇ ਇੱਕ ਇੱਕ ਪੌੜੀ ਲਿਖੀ ਹੈ ਤੇ ਹਰ ਪੌੜੀ ਦੇ ਰਾਹੀਂ ਸਾਨੂੰ ਵਹਿਮਾਂ ਭਰਮਾਂ ਤੋਂ ਦੂਰ ਹੋ ਕੇ ਪ੍ਰਮਾਤਮਾ ਦੇ ਨਾਲ ਸਾਂਝ ਪਾਉਣ ਦੀ ਪ੍ਰੇਰਣਾ ਦਿੱਤੀ ਹੈ। ਗੁਰੂ ਦੇ ਬਚਨਾਂ ਨੂੰ ਸੱਚ ਜਾਣਨ ਦੀ ਪ੍ਰੇਰਣਾ, ਮਨ ਨੂੰ ਵਿਕਾਰਾਂ ਵੱਲੋਂ ਜਾਣ ਤੋਂ ਰੋਕਣ ਦੀ ਪ੍ਰੇਰਣਾ। ਤੇ ਆਓ ਅਸੀਂ ਜੇਕਰ ਇਹਨਾਂ ਥਿੱਤਾਂ ਨੂੰ ਤੇ ਇਹਨਾਂ ਵਾਰਾਂ ਨੂੰ ਮਨਾਉਂਦੇ ਹਾਂ ਤਾਂ ਇਸ ਢੰਗ ਦੇ ਨਾਲ ਮਨਾਈਏ ਕਿ ਸਾਡੀ ਹਰ ਮਨੌਤ ਸਾਨੂੰ ਪਰਮਾਤਮਾ ਵੱਲ ਨੂੰ ਲੈ ਕੇ ਜਾਵੇ, ਵਹਿਮਾਂ ਭਰਮਾਂ ਵੱਲ ਨੂੰ ਨਹੀਂ। ਇਸੇ ਸੰਦੇਸ਼ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ। ਚੰਗੀ ਲੱਗੀ ਹੋਵੇ ਤੇ ਜ਼ਰੂਰ ਅੱਗੇ ਹੋਰਨਾਂ ਲੋਕਾਂ ਤੱਕ ਵੀ ਸ਼ੇਅਰ ਕਰਿਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।